हेलो एंड वेलकम। स्वागत है तुहाडा सारिਆਂ ਦਾ इस प्रोग्राम ਦੇ ਵਿੱਚ जिस ਦਾ ਨਾਂ है कनैक्ट शीशा। मैं मनप्रीत रंधावा। सब तो पहला ਅਸੀਂ इस प्रोग्राम ਦੇ ਵਿੱਚ ਅੱਗੇ ਵਧੀਏ मैं ਜ਼ਰੂਰ ਦੱਸਦਾ ਕਿ ਕੁਝ ਸਾਨੂੰ ਸਰੋਤਿਆਂ ਦੇ ਦਰਸ਼ਕਾਂ ਦੇ ਫੋਨ ਆਏ ਉਹ YouTube ਚੈਨਲ ਤੇ ਸਾਡਾ ਜਿਹੜਾ ਇਹ YouTube ਦਾ ਚੈਨਲ ਹੈ ਉਸ ਉੱਤੇ ਉਹ ਕਨੈਕਟ ਸ਼ੀਸ਼ਾ ਲੱਭ ਰਹੇ ਸੀ। ਇਹਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਾਂ ਕਿ ਇਹ ਦਰਅਸਲ ਕਨੈਕਟ ਸ਼ੀਸ਼ਾ YouTube ਚੈਨਲ ਨਹੀਂ ਆ, ਇਹ ਕਨੈਕਟ FM ਕੈਨੇਡਾ। ਕਨੈਕਟ FM ਕੈਨੇਡਾ ਇਹ ਇੱਕ ਅਦਾਰਾ ਹੈ, ਆਰਗੇਨਾਈਜੇਸ਼ਨ ਹੈ ਕੈਨੇਡਾ ਬੇਸ, ਉਹਦਾ ਇਹ ਪ੍ਰੋਗਰਾਮ ਆ ਜਿਹਦਾ ਨਾਮ ਅਸੀਂ ਕਨੈਕਟ ਸ਼ੀਸ਼ਾ ਰੱਖਿਆ। ਸੋ ਕਨੈਕਟ ਸ਼ੀਸ਼ਾ ਤਾਂ ਇੱਕ ਪ੍ਰੋਗਰਾਮ ਦਾ ਨਾਮ ਆ। ਜੇ ਤੁਸੀਂ ਸਬਸਕ੍ਰਾਈਬ ਕਰਨਾ, ਇਸ ਨੂੰ ਲਾਈਕ ਕਰਨਾ ਤੇ ਤੁਹਾਨੂੰ ਕਨੈਕਟ FM ਕੈਨੇਡਾ ਤੇ ਜਾਣਾ ਪੈਣਾ। ਸੋ ਅਸੀਂ ਚਾਹਾਂਗੇ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਕਰੋ ਤਾਂ ਕਿ ਇਸ ਨਾਲ ਸਾਡੀ ਜਿਹੜੀ ਹੌਸਲਾ ਅਫਜ਼ਾਈ ਆ ਉਹ ਵਧੇ, ਸਾਨੂੰ ਇਨਕਰੇਜਮੈਂਟ ਮਿਲੇ। ਹੁਣ ਆਉਣੇ ਆ ਅੱਜ ਦੇ ਇਸ ਮੁੱਦੇ ਤੇ। ਮੁੱਦਾ ਬਹੁਤ ਇੰਪੋਰਟੈਂਟ ਆ ਔਰ ਮੈਨੂੰ ਲੱਗਦਾ ਜਿਸ ਹਿਸਾਬ ਦੇ ਨਾਲ ਇਹ ਮੁੱਦਾ ਜਾਣਾ ਚਾਹੀਦਾ ਸੀ ਮੀਡੀਆ ਦੇ ਵਿੱਚ, ਮੈਨੂੰ ਲੱਗਦਾ ਮੀਡੀਆ ਨੇ ਇਹ ਮੁੱਦਾ ਕਿਤੇ ਲੁਕੋਈ ਦਿੱਤਾ। ਮੈਂ ਗੱਲ ਕਰ ਰਿਹਾ ਸਤਿਆਪਾਲ ਮਲਿਕ, ਅਸੀਂ ਪੰਜਾਬੀ ਦੇ ਵਿੱਚ ਅਕਸਰ ਸਤਪਾਲ ਮਲਿਕ ਵੀ ਕਹਿ ਦਿੰਦੇ ਆ। ਔਰ ਸਤਿਆਪਾਲ ਮਲਿਕ 76 ਵਰ੍ਹਿਆਂ ਦੇ ਨੇ, 4 ਸੂਬਿਆਂ ਦੇ ਗਵਰਨਰ ਰਹਿ ਚੁੱਕੇ ਨੇ। ਸਭ ਤੋਂ ਪਹਿਲਾਂ ਬਿਹਾਰ ਦੇ ਸੀ, ਉਸ ਤੋਂ ਬਾਅਦ ਗੋਆ ਦੇ ਗਵਰਨਰ ਰਹੇ ਨੇ, ਉਸ ਤੋਂ ਬਾਅਦ ਜੰਮੂ ਕਸ਼ਮੀਰ ਤੇ ਅਖੀਰ ਤੇ ਉਹ ਜਾ ਕੇ ਮੇਘਾਲਿਆ ਦੇ ਗਵਰਨਰ ਸੀ ਤੇ ਉਸ ਤੋਂ ਬਾਅਦ ਅਕਤੂਬਰ ਸਨ 2022 ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਐਕਸਟੈਂਸ਼ਨ ਨਹੀਂ ਮਿਲੀ ਕਿਉਂਕਿ ਉਹਨਾਂ ਨੇ ਬੋਲਣਾ ਬਹੁਤ ਸ਼ੁਰੂ ਕਰਤਾ ਸੀ। ਮੈਂ ਉਹਨਾਂ ਦੀ ਉਸ ਇੰਟਰਵਿਊ ਦੀ ਗੱਲ ਕਰ ਰਿਹਾ ਜਿਹੜੀ ਉਹਨਾਂ ਨੇ 2 ਦਿਨ ਪਹਿਲਾਂ ਇੱਕ ਚੈਨਲ ਨੂੰ ਦਿੱਤੀ, ਦ ਵਾਇਰ ਦੇ ਵਿੱਚ ਕਰਨ ਥਾਪਰ ਨੇ ਉਹਨਾਂ ਦੀ ਇਹ ਇੰਟਰਵਿਊ ਲਿੱਤੀ। 1 ਘੰਟਾ 9 ਮਿੰਟ ਤੇ 27 ਸੈਕਿੰਡ ਦੀ ਇਹ ਇੰਟਰਵਿਊ ਆ, ਬਹੁਤ ਵਿਸਫੋਟਕ ਆ। ਜੇ ਤੁਸੀਂ ਨਹੀਂ ਦੇਖੀ ਤਾਂ ਤੁਸੀਂ ਦੇਖ ਵੀ ਸਕਦੇ ਹੋ, ਪਰ ਹਾਂ ਜੇ ਤੁਹਾਨੂੰ ਸਮਾਂ ਨਹੀਂ ਮਿਲਿਆ ਤਾਂ ਮੈਨੂੰ ਲੱਗਦਾ ਕਿਉਂਕਿ ਇਹ ਇੰਟਰਵਿਊ ਹਿੰਦੀ ਦੇ ਵਿੱਚ ਆ, ਇੰਗਲਿਸ਼ ਦੇ ਵਿੱਚ ਆ, ਮਿਕਸਡ ਲੈਂਗੁਏਜ ਦੇ ਵਿੱਚ ਆ ਤੇ ਹੋ ਸਕਦਾ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਆ ਉਹ ਇਹਨਾਂ ਭਾਸ਼ਾਵਾਂ ਦੇ ਨਾਲ ਉਹਨੇ ਸਹਿਜ ਨਾ ਹੋਣ, ਉਹਨੇ ਕੰਫਰਟੇਬਲ ਨਾ ਹੋਣ। ਮੈਨੂੰ ਤਾਂ ਲੱਗਦਾ ਬਲਕਿ ਇਹ ਇੰਟਰਵਿਊ ਸਾਰੀਆਂ ਭਾਸ਼ਾਵਾਂ ਦੇ ਵਿੱਚ ਜਾਣਾ ਚਾਹੀਦਾ ਔਰ ਜਿਸ ਹਿਸਾਬ ਦੇ ਨਾਲ ਇਹ ਮੁੱਦਾ ਉੱਠਣਾ ਚਾਹੀਦਾ ਸੀ, ਜਿਸ ਤਰ੍ਹਾਂ ਦੇ ਉਹਨਾਂ ਨੇ ਸਿੱਧੇ ਇੱਕ ਤਰ੍ਹਾਂ ਦੇ ਐਲੀਗੇਸ਼ਨ ਕਹਿ ਲਓ ਜਾਂ ਸਿੱਧੇ ਸਵਾਲ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਜਿਸ ਤਰ੍ਹਾਂ ਗ੍ਰਹਿ ਵਿਭਾਗ ਨੂੰ, ਸਾਰੇ ਜਿਹੜੇ ਸਵਾਲ ਨੇ ਬਹੁਤ ਅਹਿਮ ਨੇ। ਪਰ ਤੁਸੀਂ ਹਜੇ ਤੱਕ ਦੇਖੋ ਨਾ ਤਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਸ ਉੱਤੇ ਹਜੇ ਤੱਕ ਇਸ ਇੰਟਰਵਿਊ ਤੇ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਦਿੱਤਾ ਔਰ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ ਚੁੱਪ ਆ। ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਮੁੱਦੇ ਤੇ ਚੁੱਪ ਰਹਿਣਾ, ਲੇਕਿਨ ਹਾਂ ਕਾਂਗਰਸ ਨੇ ਇਸ ਤੇ ਪ੍ਰੈਸ ਕਾਨਫਰੰਸ ਕੀਤੀ ਆ ਔਰ ਉਹ ਜਵਾਬ ਮੰਗ ਰਹੇ ਨੇ। ਔਰ ਇਸੇ ਤਰ੍ਹਾਂ ਕੁਝ ਕਿਸਾਨ ਜਥੇਬੰਦੀਆਂ, ਕੁਝ ਹਰਿਆਣਾ ਦੀਆਂ ਜਿਹੜੀਆਂ ਖਾਪ ਪੰਚਾਇਤਾਂ ਨੇ ਉਹਨਾਂ ਨੇ ਵੀ ਰਿਐਕਟ ਕੀਤਾ। ਪਰ ਇਸ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਕਿ ਕੰਟੈਂਟ ਕੀ ਆ ਜਿਹੜਾ ਕਿ ਵਿਸਫੋਟਕ ਹੈ ਨਾ। ਔਰ ਮੈਨੂੰ ਲੱਗਦਾ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਵੀ ਸਤਿਆਪਾਲ ਮਲਿਕ ਇਸੇ ਪਾਰਟੀ ਦੇ ਵਿੱਚ ਮੌਜੂਦ ਨੇ, ਉਹਨਾਂ ਦੇ ਮੈਂਬਰ ਨੇ ਔਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਹੀ ਉਹਨਾਂ ਨੂੰ ਗਵਰਨਰ ਲਾਇਆ। ਪਰ ਇਹ ਵਿਸਫੋਟਕ ਜਿਹੜਾ ਇੰਟਰਵਿਊ ਹੈ ਕੀ ਆ, ਇਸ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ। ਜਦੋਂ ਸਤਿਆਪਾਲ ਮਲਿਕ ਦਾ ਇਹ ਇੰਟਰਵਿਊ ਸ਼ੁਰੂ ਹੁੰਦਾ ਤੇ ਉਹਨਾਂ ਨੂੰ ਇੱਕ ਗੱਲ ਪੁੱਛੀ ਜਾਂਦੀ ਹੈ ਕੀ ਤੁਸੀਂ ਸੱਚ ਬੋਲੋਗੇ? ਕਹਿੰਦੇ ਬਿਲਕੁਲ ਸੱਚ ਬੋਲਾਂਗਾ, ਜਿੰਨੀ ਦੇਰ ਤੱਕ ਮੇਰੀ ਧੌਣ ਤੇ ਕਿਸੇ ਤਰ੍ਹਾਂ ਦਾ ਕੋਈ ਚਾਕੂ ਨਾ ਰੱਖਿਆ ਹੋਵੇ ਜਾਂ ਛੁਰੀ ਨਾ ਰੱਖੀ ਹੋਵੇ, ਕਹਿੰਦੇ ਮੈਂ ਕਦੇ ਵੀ ਝੂਠ ਨਹੀਂ ਬੋਲਦਾ। ਪੁਲਵਾਮਾ ਦੀ ਗੱਲ ਕਰਦੇ ਹਾਂ, ਕਹਿੰਦੇ ਜਦੋਂ ਪੁਲਵਾਮਾ ਹੋਇਆ ਇਸ ਦੇਸ਼ ਲਈ, ਇਸ ਮੁਲਕ ਲਈ ਸਭ ਤੋਂ ਇੱਕ ਬਹੁਤ ਮੰਦਭਾਗੀ ਟ੍ਰੈਜੇਡੀ ਸੀ ਜਿਹੜੀ ਹੋਣੀ ਨਹੀਂ ਸੀ ਚਾਹੀਦੀ। ਔਰ ਹੋਈ ਕਿਸ ਕਰਕੇ? ਸਾਡੀ ਇਨਕੰਪੀਟੈਂਸ ਕਰਕੇ, ਸਾਡੀ ਨਲਾਇਕੀ ਕਰਕੇ ਔਰ ਸਾਡੀ ਲਾਪਰਵਾਹੀ ਕਰਕੇ, ਜਿਹਨੂੰ ਅਸੀਂ ਨੈਗਲੀਜੈਂਸ ਵੀ ਕਹਿੰਦੇ ਹਾਂ। ਇਹ ਅਵੋਇਡ ਕੀਤੀ ਜਾ ਸਕਦੀ ਸੀ। ਤੁਸੀਂ ਦੇਖੋ 1000 ਦੇ ਕਰੀਬ CRPF ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦੇ ਜਵਾਨਾਂ ਦੀ ਉਹਨਾਂ ਦੀ ਮੂਵਮੈਂਟ ਹੋਣੀ ਸੀ, ਉਹਨਾਂ ਨੇ ਪੁਲਵਾਮਾ ਦੇ ਵਿੱਚ ਆਉਣਾ ਸੀ ਔਰ ਇਹ ਜਿਹੜੀ ਮੂਵਮੈਂਟ ਹੋਣੀ ਸੀ ਉਸ ਤੋਂ ਪਹਿਲਾਂ ਜਨਵਰੀ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਲਗਾਤਾਰ ਖੂਫੀਆ ਵਿਭਾਗ ਨੂੰ ਕਈ ਇਸ ਤਰ੍ਹਾਂ ਦੀਆਂ ਜਾਂਚ ਏਜੰਸੀਆਂ ਨੂੰ ਰਿਪੋਰਟਸ ਆਈਆਂ ਹੋਈਆਂ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਵੱਡਾ ਹਮਲਾ ਇੱਥੇ ਹੋ ਸਕਦਾ। ਸਤਪਾਲ ਮਲਿਕ ਨੇ ਸਭ ਤੋਂ ਵੱਡੀ ਗੱਲ ਕਹੀ ਕਿ CRPF ਨੇ ਇਹ ਜਾ ਕੇ ਜਹਾਜ਼ ਮੰਗੇ ਸੀ ਕਿ ਟਰਾਂਸਪੋਰਟੇਸ਼ਨ ਲਈ ਜਦੋਂ ਇੰਨੇ ਜਵਾਨ ਹੁੰਦੇ ਆ 1000 ਦੇ ਕਰੀਬ, ਉਹਨਾਂ ਨੇ ਸਾਨੂੰ 에ਅਰਕ੍ਰਾਫਟ ਚਾਹੀਦੇ ਨੇ, 5 에ਅਰਕ੍ਰਾਫਟ ਮੰਗੇ ਸੀ ਪਰ ਉਹ 5 에ਅਰਕ੍ਰਾਫਟ ਯੂਨੀਅਨ ਹੋਮ ਮਿਨਿਸਟਰੀ ਨੇ ਯਾਨੀ ਕਿ ਗ੍ਰਹਿ ਵਿਭਾਗ ਨੇ, ਭਾਰਤ ਦੇ ਗ੍ਰਹਿ ਵਿਭਾਗ ਨੇ ਮਨਾ ਕਰ ਦਿੱਤੇ। ਤੁਹਾਨੂੰ ਕਿਉਂ ਨਹੀਂ ਮਿਲ ਸਕਦੇ? ਉੱਥੇ ਉਹਨਾਂ ਨੇ ਇਹ ਵੀ ਗੱਲ ਕਹੀ, ਕਹਿੰਦੇ ਮੇਰੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ,
ਇਹ ਗੱਲ ਕੇਵਲ ਸੀ ਸੀਆਰਪੀਐਫ ਦੇ ਵਿੱਚ ਤੇ ਗ੍ਰਹਿ ਵਿਭਾਗ ਦੇ ਵਿੱਚ। ਜੇ ਮੈਨੂੰ ਪੁੱਛਿਆ ਜਾਂਦਾ ਜਾਂ ਮੈਨੂੰ ਕਿਹਾ ਜਾਂਦਾ ਕਿ ਤੁਸੀਂ ਅਰੇਂਜ ਕਰੋ ਤਾਂ ਮੈਂ ਇੱਕੋ ਦਮ ਅਰੇਂਜਮੈਂਟ ਕਰਨਾ ਸੀ। ਇਹ ਤਾਂ ਗੱਲ ਉਹਨਾਂ ਨੇ ਕਹੀ। 5 에ਅਰਕ੍ਰਾਫਟ ਸੀਆਰਪੀਐਫ ਲਈ ਨਹੀਂ ਅਰੇਂਜ ਕੀਤੇ ਜਾ ਸਕੇ। ਇਸ ਤੋਂ ਪਹਿਲਾਂ ਉਹ RDX, ਉਹ ਵਿਸਫੋਟਕ ਜਿਹੜਾ ਲਗਾਤਾਰ ਗੱਡੀ ਦੇ ਵਿੱਚ ਉੱਥੇ ਪੁਲਵਾਮਾ ਦੇ ਆਸੇ-ਪਾਸੇ 10-12 ਦਿਨ ਘੁੰਮਦਾ ਰਿਹਾ ਔਰ ਖੁਫੀਆ ਏਜੰਸੀਜ਼ ਨੂੰ ਕੋਈ ਇਸ ਬਾਰੇ ਜਾਣਕਾਰੀ ਨਾ ਹੋਣਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਔਰ ਸਾਨੂੰ ਕਿਤੇ ਨਾ ਕਿਤੇ ਪਰੇਸ਼ਾਨ ਵੀ ਕਰਦਾ ਹੈ ਕਿ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਚਿੜੀ ਨਹੀਂ ਫੜਕ ਦੀ ਗੱਲ ਕਰਦੇ ਆ ਔਰ ਜਿੱਥੇ ਸਿਕਿਉਰਿਟੀ ਫੋਰਸਿਸ ਦਾ तमाम तरह ਦੀਆਂ ਉੱਥੇ ਏਜੰਸੀਜ਼ ਆ, ਸਿਕਿਉਰਿਟੀ ਫੋਰਸਿਸ ਆ, ਮਿਲਟਰੀ ਆ, ਪੈਰਾਮਿਲਟਰੀ ਆ, ਉੱਥੇ 10-12 ਦਿਨ ਉਹ ਕਹਿੰਦੇ ਉਹ ਗੱਡੀ ਘੁੰਮਦੀ ਰਹੀ ਵਿਸਫੋਟਕ ਲੈ ਕੇ। 300 ਕਿਲੋ ਦੇ ਕਰੀਬ RDX ਸੀ ਔਰ ਇਹ ਗੱਲ ਜ਼ਰੂਰ ਉਹਨਾਂ ਨੇ ਮੰਨੀ ਆ ਕਿ ਇਹ RDX ਜਿਹੜਾ ਸੀ ਉਹ ਬਹੁਤ ਕਹਿੰਦੇ ਜਿਹੜਾ ਮੁਮਕਿਨ ਆ ਕਿ ਉਹ ਪਾਕਿਸਤਾਨ ਤੋਂ ਹੀ ਆਇਆ ਹੋਵੇ, ਕਿਉਂਕਿ ਇੰਨਾ ਵਿਸਫੋਟਕ ਇੰਡੀਆ ਦੇ ਵਿੱਚੋਂ ਅਰੇਂਜ ਕਰਨਾ RDX ਉਹ ਕਹਿੰਦੇ ਮੁਮਕਿਨ ਨਹੀਂ ਆ, ਉਹ ਸੰਭਵ ਨਹੀਂ ਹੈ। ਪਰ ਤੁਸੀਂ ਇੱਕ ਚੀਜ਼ ਹੋਰ ਦੇਖੋ, ਕਹਿੰਦੇ ਉਹ ਆਸੇ-ਪਾਸੇ ਪਿੰਡਾਂ 'ਚ ਘੁੰਮਦੀ ਰਹੀ ਤੇ ਜਿੰਨੀਆਂ ਲਿੰਕ ਰੋਡ ਸੀ ਜਿੱਥੋਂ ਸੀਆਰਪੀਐਫ ਨੇ ਜਾਣਾ ਸੀ, ਜਵਾਨਾਂ ਨੇ ਆਪਣਾ ਮਾਰਚ ਕਰਨਾ ਸੀ, ਉਸ ਰਾਸਤੇ ਥਾਣੀ ਦੀ, ਉਸ ਥਾਣੀ ਉਹਨਾਂ ਦੀਆਂ ਗੱਡੀਆਂ ਲੰਘਣੀਆਂ ਸੀ, ਉਹਨੂੰ ਸੈਨੀਟਾਈਜ਼ ਹੀ ਨਹੀਂ ਕੀਤਾ ਗਿਆ। ਤੁਸੀਂ ਯਾਦ ਕਰੋ ਪ੍ਰਧਾਨ ਮੰਤਰੀ ਦੀ ਉਹ ਯਾਤਰਾ ਜਿਹੜੀ 5 ਜਨਵਰੀ ਸਨ 2022 ਨੂੰ ਪੰਜਾਬ ਦੇ ਵਿੱਚ ਹੋਈ ਸੀ ਔਰ ਜਦੋਂ ਉਹ 150 ਕਿਲੋਮੀਟਰ ਦਾ ਰੂਟ ਸੈਨੀਟਾਈਜ਼ ਨਹੀਂ ਸੀ ਕੀਤਾ, ਕਿੰਨੇ ਅਫਸਰਾਂ ਨੂੰ ਉਹਦੇ ਵਿੱਚ ਇੰਡਾਈਟ ਕਰ ਦਿੱਤਾ ਗਿਆ, ਕਿੰਨਿਆਂ ਨੂੰ ਦੋਸ਼ੀ ਪਾ ਲਿਆ ਗਿਆ ਔਰ ਉਹ ਸਾਰੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਨੇ, ਕਈ ਸਿਵਲ ਆਫੀਸਰਸ ਵੀ ਨੇ, ਚੀਫ ਸੈਕਟਰੀ ਤੋਂ ਲੈ ਕੇ ਪੰਜਾਬ ਦੇ DGP ਸਾਬਕਾ ਜਿਹੜੇ ਨੇ ਉਹ ਵੀ ਇਹਦੇ ਵਿੱਚ ਮੌਜੂਦ ਨੇ। ਪਰ ਇੱਥੇ ਤੁਸੀਂ ਦੇਖੋ ਇਹ ਸੈਨੀਟਾਈਜ਼ ਨਹੀਂ ਹੁੰਦਾ। ਕਹਿੰਦੇ ਮੈਨੂੰ ਇਸ ਗੱਲ ਦੀ ਹੋਰ ਵੀ ਬੜੀ ਹੈਰਾਨੀ ਹੋਈ ਕਿ ਇਸ ਬਾਰੇ 10-12 ਦਿਨ ਪਿੰਡਾਂ ਦੇ ਵਿੱਚ ਗੱਡੀ ਘੁੰਮੀ ਜਾਣੀ। ਇਹ ਸਾਰੀਆਂ ਚੀਜ਼ਾਂ ਕਹਿੰਦੇ ਜਦੋਂ ਹੋਈ ਆ ਇਹ ਪੁਲਵਾਮਾ, ਜਦੋਂ 40 ਉੱਥੇ ਜਵਾਨ ਮਾਰੇ ਗਏ ਸਾਡੇ ਬਿਹਤਰੀਨ, ਇਹ ਗੱਲ ਉਹਨਾਂ ਨੇ ਕਹੀ ਆ, ਇਹ ਉਹਨਾਂ ਦਾ ਕਹਿਣਾ ਸਤਪਾਲ ਮਲਿਕ ਦਾ। ਉਸੇ ਦਿਨ ਸ਼ਾਮ ਨੂੰ ਕਹਿੰਦੇ ਮੈਂ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ। ਹੁਣ ਇਹ ਆਪਣੇ ਆਪ ਦੇ ਵਿੱਚ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਆ। ਪ੍ਰਧਾਨ ਮੰਤਰੀ ਨੂੰ ਕਹਿੰਦੇ ਮੈਂ ਫੋਨ ਕਰਦਾ ਤੇ ਉਸ ਦਿਨ ਉਹ ਕਾਰਬੇਟ ਨੈਸ਼ਨਲ ਪਾਰਕ ਆ ਵਾਈਲਡ ਲਾਈਫ ਦੀ, ਉੱਥੇ ਕਹਿੰਦੇ ਇੱਕ ਸ਼ੂਟਿੰਗ ਦੇ ਵਿੱਚ ਵਿਅਸਤ ਸੀ। ਤੁਹਾਨੂੰ ਪਤਾ ਹੋਣਾ ਉਹ ਸ਼ੂਟਿੰਗ ਕਰ ਰਹੇ ਸੀ ਨੈਸ਼ਨਲ ਜਿਓਗ੍ਰਾਫਿਕ ਚੈਨਲ ਦੇ ਨਾਲ। ਉਸ ਦੌਰਾਨ ਕਹਿੰਦੇ ਜਦੋਂ ਮੈਂ ਫੋਨ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਢਾਬੇ ਤੇ ਆ ਕੇ ਮੇਰਾ ਫੋਨ ਸੁਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਔਰ ਉਸ ਢਾਬੇ ਤੇ ਜਦੋਂ ਮੈਂ ਦੱਸਿਆ ਕਹਿੰਦੇ ਕਿ ਸਾਹਿਬ ਆਪਣੀ ਗਲਤੀ ਨਾਲ ਇਹ ਸਾਰੇ ਜਵਾਨ ਮਾਰੇ ਗਏ ਆ, ਸਾਡੀ ਇਨਕੰਪੀਟੈਂਸ ਆ, ਜੇ ਸਾਨੂੰ ਜਹਾਜ਼ ਮਿਲ ਜਾਂਦੇ ਤੇ ਇਹ ਸਾਰੇ ਦੇ ਸਾਰੇ ਜਵਾਨ ਬਚ ਜਾਣੇ ਸੀ। ਤੇ ਪ੍ਰਧਾਨ ਮੰਤਰੀ ਅੱਗੋਂ ਕੀ ਕਹਿੰਦੇ, ਕਹਿੰਦੇ ਸਤਪਾਲ ਮਲਿਕ ਹਜੇ ਚੁੱਪ ਰਹਿ, ਇਸ ਤੇ ਤੂੰ ਕੁਝ ਨਹੀਂ ਬੋਲਣਾ। ਔਰ ਕੱਲੇ ਪ੍ਰਧਾਨ ਮੰਤਰੀ ਨੇ ਨਹੀਂ ਕਿਹਾ, ਇੱਕ ਖੁਲਾਸਾ ਹੋਰ ਕੀਤਾ ਸਤਪਾਲ ਮਲਿਕ ਨੇ। ਉਹ ਕਹਿੰਦੇ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ NSA ਅਜੀਤ ਡੋਵਾਲ ਇਸ ਟਾਈਮ ਬਹੁਤ ਪਾਵਰਫੁਲ ਨੇ, ਜਿੰਨੀਆਂ ਸਿਕਿਉਰਿਟੀ ਏਜੰਸੀਜ਼ ਨੇ, ਪੈਰਾਮਿਲਟਰੀ ਏਜੰਸੀਜ਼ ਨੇ, ਤਕਰੀਬਨ ਸਾਰਾ ਹੀ ਤੰਤਰ ਜਿੰਨਾ ਸਿਕਿਉਰਿਟੀ ਦਾ ਚੱਲਦਾ ਉਹਨਾਂ ਦੇ ਅਧੀਨ ਚੱਲਦਾ ਔਰ ਉਹਨਾਂ ਤੋਂ ਪੁੱਛੇ ਬਗੈਰ ਕੁਝ ਵੀ ਨਹੀਂ ਹੁੰਦਾ। ਉਹਨਾਂ ਦਾ ਵੀ ਫੋਨ ਆਇਆ ਔਰ ਸਤਪਾਲ ਮਲਿਕ ਨੇ ਵੈਸੇ ਇਹ ਵੀ ਖੁਲਾਸਾ ਕੀਤਾ, ਕਹਿੰਦੇ ਇਹ ਮੇਰੇ ਪੁਰਾਣੇ ਕਲਾਸਮੇਟ ਆ, ਮੇਰੇ ਨਾਲ ਗੱਲਬਾਤ ਵੀ ਕਰ ਲੈਂਦੇ ਆ। ਉਹ ਫੋਨ ਕਰਕੇ ਕਹਿੰਦੇ ਮੈਨੂੰ ਪਤਾ ਲੱਗਾ ਕਿ ਇਹ ਗੱਲ ਹੋਈ ਆ, ਤੁਸੀਂ ਬਿਲਕੁਲ ਨਹੀਂ ਬੋਲਣਾ, ਤੁਸੀਂ ਕਸ਼ਮੀਰ ਦੇ ਮੁੱਦੇ ਤੇ ਬਿਲਕੁਲ ਚੁੱਪ ਰਹਿਣਾ। ਇਹ ਬੜੀ ਹੈਰਾਨੀ ਹੈ। ਸਤਪਾਲ ਮਲਿਕ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਕਿਉਂ ਕਹਿ ਰਹੇ ਸੀ ਪ੍ਰਧਾਨ ਮੰਤਰੀ, ਜੇ ਇਸ ਤਰ੍ਹਾਂ ਦੀ ਗੱਲ ਸੀ ਘੱਟੋ ਘੱਟ ਉਹਨਾਂ ਅਫਸਰਾਂ ਦੇ ਖਿਲਾਫ, ਉਹਨਾਂ ਏਜੰਸੀਜ਼ ਦੇ ਖਿਲਾਫ ਜਿੱਥੇ ਵੀ ਇਹ ਬੱਕ ਸਟਾਪ ਹੁੰਦਾ। ਔਰ ਇੱਥੇ ਗੱਲ ਦੱਸਣਾ ਚਾਹੁੰਦਾ, ਉਸ ਟਾਈਮ ਜਦੋਂ ਸਨ 2019 ਦੇ ਵਿੱਚ ਇਹ ਘਟਨਾ ਵਾਪਰੀ ਸੀ, ਇਹ ਦੁਰਘਟਨਾ ਹੋਈ ਸੀ, ਉਸ ਟਾਈਮ ਗ੍ਰਹਿ ਵਿਭਾਗ ਦੇ ਜਿਹੜੇ ਮੰਤਰੀ ਸੀ ਜਾਂ ਗ੍ਰਹਿ ਮੰਤਰੀ ਸੀ ਭਾਰਤ ਦੇ, ਉਹ ਰਾਜਨਾਥ ਸਿੰਘ ਸੀ, ਜਿਹੜੇ ਹੁਣ ਡਿਫੈਂਸ ਮਿਨਿਸਟਰ ਨੇ। ਇਹ ਪੁੱਛਿਆ ਗਿਆ ਉਹਨਾਂ ਨੂੰ ਸਤਪਾਲ ਮਲਿਕ ਨੂੰ ਕਿ ਕੀ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਨਹੀਂ ਹੋਣੀ ਚਾਹੀਦੀ। ਆਫਟਰ ਆਲ ਦ ਬਕ ਸਟਾਪਸ ਐਟ ਰਾਜਨਾਥ ਸਿੰਘ, ਇਹ ਗੱਲ ਹੋਈ ਆ। ਉਹਨਾਂ ਨੇ ਕਿਹਾ ਕਿ ਹੋਣੀ ਤਾਂ ਚਾਹੀਦੀ ਆ, ਪਰ ਇਹ ਤਾਂ ਉਹਨਾਂ ਨੇ ਦੇਖਣਾ, ਇਹ ਤਾਂ ਸਰਕਾਰ ਨੇ ਦੇਖਣਾ। ਪਰ ਇੰਨਾ ਵੱਡਾ ਖੁਲਾਸਾ ਹੋ ਜਾਣਾ। ਅੱਛਾ, ਉਸ ਤੋਂ ਬਾਅਦ ਜਿਹੜੀ ਇੱਕ ਹੋਰ ਗੱਲ ਕਹਿੰਦੇ ਆ, ਕਹਿੰਦੇ ਪਾਕਿਸਤਾਨ ਤੋਂ ਤਾਂ ਚਲੋ ਆਇਆ ਸੀ, ਪਰ ਤੁਹਾਨੂੰ ਲੱਗਦਾ ਨਹੀਂ ਕਿ ਬਾਅਦ 'ਚ ਇਸ ਮੁੱਦੇ ਨੂੰ ਇਨਕੈਸ਼ ਕੀਤਾ ਗਿਆ, ਪੋਲੀਟੀਕਲੀ ਵਰਤਿਆ ਗਿਆ, ਕਿ ਇਹ ਮੁੱਦਾ ਵਰਤਿਆ ਗਿਆ ਆਪਣੇ ਪੋਲੀਟੀਕਲ ਇੰਟਰਸਟ ਲਈ। ਹੱਸ ਪਏ ਸਤਪਾਲ ਮਲਿਕ, ਥੋੜਾ ਹੱਸ ਪਏ, ਕਹਿੰਦੇ ਮੈਂ ਇਸ ਉੱਤੇ ਨਾ ਹਾਂ ਕਹਿਣੀ ਆ ਜਾਂ ਨਾ ਕਹਿਣੀ ਆ, ਪਰ ਹਾਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਠੀਕ ਹੈ, ਕਹਿੰਦੇ ਇਸ ਗੱਲ ਦੀ ਤਾਂ ਹੈ ਕਿ RDX ਜਿਹੜਾ ਵਿਸਫੋਟਕ ਦੂਸਰੇ ਪਾਸਿਓਂ ਆਇਆ ਹੋਣਾ, ਬਾਰਡਰੋਂ ਪਾਰ ਆਇਆ ਹੋਣਾ,
पर ਜਿਹੜਾ ਇਹ ਮੁੱਦਾ ਪੋਲੀਟੀਕਲ ਇੰਟਰਸਟ ਲਈ ਕਹਿੰਦੇ ਹਾਂ ਵਰਤਿਆ ਗਿਆ। ਇਹਦੇ ਵਿੱਚ ਕਦੇ ਉਹ ਹਾਂ ਵੀ ਕਰਦੇ ਸੀ, ਜੇ ਤੁਸੀਂ ਲੰਬੀ ਇੰਟਰਵਿਊ ਦੇਖੋ ਤਾਂ ਉਹ 'ਚ ਕਾਫੀ ਕੁਛ ਆ। ਸੋ ਇਹ ਸਾਰਾ ਕੁਛ ਆਉਣਾ, ਔਰ ਆਫਟਰ ਆਲ ਲਗਭਗ ਤੁਸੀਂ ਦੇਖ ਲਓ ਉਹਨੂੰ 4-5 ਸਾਲ ਦਾ ਵਕਫਾ ਹੋ ਗਿਆ। ਆਪਾਂ ਸੰਨ 2019 ਦੀ ਗੱਲ ਕਰ ਰਹੇ ਹਾਂ, ਤੇ ਮੈਨੂੰ ਲੱਗਦਾ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਇਨਕੁਆਇਰੀ ਆਰਡਰ ਕਰਨੀ ਚਾਹੀਦੀ ਸੀ। ਕੇਵਲ ਤੇ ਕੇਵਲ ਇਹ ਕਹਿ ਦੇਣਾ, ਔਰ ਅੱਜ ਤੱਕ ਨਹੀਂ, ਹਜੇ ਤੱਕ ਸਾਨੂੰ ਪਤਾ ਲੱਗਾ ਕਿ ਕੀ ਕਾਰਨ ਬਣਿਆ। ਉਹ ਜਿਹੜਾ RDX ਸੀ ਉਹ ਕਿੱਥੋਂ ਆਇਆ, ਕੌਣ ਲੋਕ ਨੇੜੇ ਗਏ, ਕਿੰਨਾਂ ਦੀ ਗਲਤੀ ਸੀ, ਕਿੰਨਾਂ ਦੀ ਅਣਗਹਿਲੀ ਸੀ, ਕਿੰਨਾਂ ਦੀ ਡੈਰੀਲੈਕਸ਼ਨ ਆਫ ਡਿਊਟੀ ਸੀ, ਕਿੰਨਾਂ ਦੀ ਨੈਗਲੀਜੈਂਸ ਸੀ, ਕਿੰਨਾਂ ਦੀ ਲਾਪਰਵਾਹੀ ਸੀ, ਔਰ ਕਿੰਨਾਂ ਦੀ ਇਨਕੰਪੀਟੈਂਸੀ। ਇਹ ਸਾਰਾ ਨਹੀਂ ਸਾਨੂੰ ਪਤਾ ਲੱਗਾ। ਹੁਣ ਸਾਨੂੰ ਇੱਕ ਸਾਬਕਾ ਗਵਰਨਰ ਦੱਸ ਰਹੇ ਨੇ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਜਾਂ ਭਾਰਤ ਦੀ ਸਰਕਾਰ ਨੂੰ ਇਸ ਉੱਤੇ ਜਵਾਬ ਨਹੀਂ ਦੇਣਾ ਚਾਹੀਦਾ। ਔਰ ਇਹ ਇਕੱਲਾ ਮੁੱਦਾ ਨਹੀਂ ਆ, ਹੋਰ ਵੀ ਤੁਹਾਨੂੰ ਮੈਂ ਇਸ਼ੂਜ਼ ਦੱਸਦਾ ਜਿਹੜੇ ਸਤਪਾਲ ਮਲਿਕ ਨੇ ਇਸੇ ਇੰਟਰਵਿਊ ਦੇ ਵਿੱਚ ਉਠਾਏ। ਅਗਲੀ ਜਿਹੜੀ ਗੱਲ ਹੈ, ਸਤਪਾਲ ਮਲਿਕ ਨੇ ਆਪਣੀ ਉਸ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ, ਉਹ ਹੋਰ ਵੀ ਹੈਰਾਨ ਕਰਨ ਵਾਲੀ ਆ। ਉਹ ਕਹਿੰਦੇ ਜਦੋਂ ਉੱਥੇ 5 ਅਗਸਤ ਸੰਨ 2019 ਨੂੰ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 35A ਖਤਮ ਕੀਤੀ ਗਈ, ਉਹਦੇ ਕਈ ਸੈਕਸ਼ਨਸ ਖਤਮ ਕੀਤੇ ਗਏ, ਜਾਂ ਜਿਹੜਾ ਸਪੈਸ਼ਲ ਸਟੇਟਸ ਜੰਮੂ ਕਸ਼ਮੀਰ ਨੂੰ ਮਿਲਿਆ ਸੀ ਉਹ ਖਤਮ ਕੀਤਾ ਗਿਆ, ਤੇ ਉਹਨਾਂ ਦੀ ਸਲਾਹ ਨਹੀਂ ਲਈ ਗਈ, ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਨਹੀਂ ਲਿਆ ਗਿਆ, ਉਹਨਾਂ ਨੂੰ ਭਰੋਸੇ 'ਚ ਹੀ ਨਹੀਂ ਲਿਆ ਗਿਆ। ਤੇ ਕਹਿੰਦੇ ਕਿ ਠੀਕ ਆ 370 ਜਿਹੜੀ ਧਾਰਾ ਉਹ ਖਤਮ ਕੀਤੀ ਜਾ ਸਕਦੀ ਸੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਕਾਫੀ ਦੇਰ ਤੋਂ ਲੋਕਾਂ ਦੇ ਨਾਲ, ਆਪਣੇ ਵੋਟਰਸ ਦੇ ਨਾਲ ਵਾਅਦਾ ਸੀ। ਪਰ ਜਿਹੜਾ ਉਹਨੂੰ ਡਾਊਨਗ੍ਰੇਡ ਕਰ ਦਿੱਤਾ ਗਿਆ, ਯਾਨੀ ਕਿ ਇੱਕ ਸਟੇਟ ਸੀ ਜਿਹੜੀ ਫੁੱਲ ਫਲੈਜਡ ਸਟੇਟ, ਉਹਨੂੰ ਘਟਾ ਕੇ ਤੁਸੀਂ UT ਕਰ ਦਿੰਦੇ ਹੋ, ਯੂਨੀਅਨ ਟੈਰੀਟਰੀ ਬਣਾ ਦਿੰਦੇ ਹੋ। ਇੱਕ ਤਾਂ UT ਕਰਤਾ, ਦੂਸਰਾ ਉਹਦੇ ਵਿੱਚ ਡਿਵੀਜ਼ਨ ਪੈਦਾ ਕਰਤੀ, ਯਾਨੀ ਕਿ ਲਦਾਖ ਨੂੰ ਅਲੱਗ ਕਰਤਾ ਤੇ ਤੁਸੀਂ ਜੰਮੂ ਕਸ਼ਮੀਰ ਨੂੰ ਅਲੱਗ ਕਰਤਾ। ਘੱਟੋ ਘੱਟ ਕਹਿੰਦੇ ਜਿਹੜਾ ਡਾਊਨਗ੍ਰੇਡ ਕੀਤਾ ਗਿਆ, ਇਹਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਸੀ। ਜੇ ਮੇਰੇ ਤੋਂ ਪੁੱਛਿਆ ਜਾਂਦਾ ਤੇ ਮੈਂ ਇਸ ਦੇ ਖਿਲਾਫ ਆਪਣਾ ਵੋਟ ਕਰਨਾ ਸੀ, ਮੈਂ ਇਸ ਦੇ ਖਿਲਾਫ ਬੋਲਣਾ ਸੀ, ਮੈਂ ਕਹਿਣਾ ਸੀ ਕਿ ਨਹੀਂ, ਇਹ ਨਾ ਕਰੋ। ਅੱਜ ਵੀ ਸਤਪਾਲ ਮਲਿਕ ਕਹਿੰਦੇ ਨੇ ਕਿ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਰਹਿੰਦੇ ਨੇ, ਉੱਥੋਂ ਦੇ ਨਾਗਰਿਕ ਨੇ, ਉਹਨਾਂ ਦੇ ਵਿੱਚ ਸਭ ਤੋਂ ਭਾਰੀ ਗੁੱਸਾ ਇਸੇ ਗੱਲ ਦਾ ਕਿ ਸਾਨੂੰ UT ਕਿਉਂ ਬਣਾ ਦਿੱਤਾ ਗਿਆ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਕਾਰਨ ਹੋ ਸਕਦਾ ਤੁਹਾਡੇ ਹਿਸਾਬ ਦੇ ਨਾਲ ਕਿ UT ਬਣਾਉਣ ਦੀ ਕੀ ਲੋੜ ਪੈ ਗਈ ਜਦੋਂ ਧਾਰਾ 370 ਹੀ ਖਤਮ ਕਰਤੀ ਸੀ, ਕਹਿੰਦੇ ਕਾਰਨ ਇਹ ਸੀ, ਕਈ ਵਾਰੀ ਮੇਰੇ ਤੋਂ ਪੁੱਛਿਆ ਵੀ ਗਿਆ, ਮੈਨੂੰ ਇਹ ਨਹੀਂ ਸੀ ਪਤਾ ਕਿ ਕਰਨ ਜਾ ਰਹੇ ਆ। ਕਈ ਵਾਰੀ ਗੱਲਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਤੋਂ ਪੁੱਛਦੇ ਸੀ ਕਿ ਜੇ ਅਸੀਂ 370 ਧਾਰਾ ਉੱਥੇ ਖਤਮ ਕਰ ਦਈਏ, ਕੋਈ ਕਿਸੇ ਤਰ੍ਹਾਂ ਦਾ ਬੈਕਲਾਸ਼ ਤਾਂ ਨਹੀਂ ਹੋਊਗਾ, ਕਿਸੇ ਤਰ੍ਹਾਂ ਦਾ ਕੋਈ ਵਿਰੋਧ ਤਾਂ ਨਹੀਂ ਹੋਊਗਾ। ਤੇ ਸਤਪਾਲ ਮਲਿਕ ਕਹਿੰਦੇ ਸੀ ਕਿ ਨਹੀਂ, ਅਸੀਂ ਉਹਨਾਂ ਨੂੰ ਹੌਲੀ ਹੌਲੀ ਸਮਝਾ ਰਹੇ ਹਾਂ। ਪਰ ਜਦੋਂ ਇਹ ਗੱਲ ਆਈ ਕਿ UT ਬਣਾ ਦਿੱਤਾ ਗਿਆ, ਉਹ ਕਹਿੰਦੇ ਦਰਅਸਲ ਗੱਲ ਇਹ ਸੀ, ਜੋ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਲੱਗਦਾ ਸੀ ਕਿ ਉੱਥੋਂ ਦੀ ਜਿਹੜੀ ਪੁਲਿਸ ਆ, ਲੋਕਲ ਪੁਲਿਸ ਜੰਮੂ ਕਸ਼ਮੀਰ ਦੀ, ਉਹ ਬਗਾਵਤ ਕਰ ਦੇਗੀ, ਬਗਾਵਤ ਕਰਕੇ ਥਾਣਿਆਂ ਦਾ ਘਿਰਾਓ ਕਰ ਲੇਗੀ, ਥਾਣਿਆਂ 'ਚ ਵੜ ਜਾਏਗੀ, ਹਥਿਆਰ ਨੇ ਜਿਹੜੇ ਵੈਪਨਸ ਨੇ ਉਹਨਾਂ ਨੂੰ ਆਪਣੇ ਕਬਜ਼ੇ 'ਚ ਕਰਕੇ, ਤੇ ਉੱਥੇ ਇੱਕ ਬਹੁਤ ਵੱਡਾ ਰਿਵੋਲਟ ਹੋ ਸਕਦਾ ਸੀ। ਇਸ ਤੋਂ ਡਰਦੇ ਹੈ ਕਿਉਂਕਿ ਜਦੋਂ ਹੀ ਤੁਸੀਂ UT ਬਣਦੀ ਆ ਤੇ ਜਿਹੜੀ ਉੱਥੋਂ ਦੀ ਸਰਕਾਰ ਹੁੰਦੀ ਹੈ ਜਾਂ ਉੱਥੋਂ ਦਾ ਪ੍ਰਸ਼ਾਸਨ ਹੁੰਦਾ, ਇਨਕਲੂਡਿੰਗ ਦੀ ਪੁਲਿਸ, ਉਹ ਸਿੱਧੀ ਦੀ ਸਿੱਧੀ ਜਾ ਕੇ ਕੇਂਦਰ ਸਰਕਾਰ ਦੇ ਅਧੀਨ ਆ ਜਾਂਦੀ ਹੈ। ਸ਼ਾਇਦ ਕਹਿੰਦੇ ਇਸੇ ਕਰਕੇ ਇਹਨੂੰ UT ਦਾ ਦਰਜਾ ਦਿੱਤਾ ਗਿਆ। ਇਸੇ ਕਰਕੇ ਜਿਹੜੇ ਲੋਕ ਨੇ ਉੱਥੋਂ ਦੇ ਬਹੁਤ ਨਾਰਾਜ਼ ਨੇ ਕਿ ਠੀਕ ਹੈ, ਤੁਸੀਂ ਸਾਨੂੰ ਘੱਟੋ ਘੱਟ 370 ਤੁਸੀਂ ਧਾਰਾ ਖਤਮ ਕੀਤੀ, ਘੱਟੋ ਘੱਟ ਤੁਸੀਂ UT ਤਾਂ ਨਾ ਬਣਾਓ। ਔਰ ਹੁਣ ਉਹਨਾਂ ਨੇ ਗੱਲ ਕਹੀ ਹੈ ਕਿ ਉੱਥੇ ਚੋਣਾਂ ਕਰਾਉਣੀਆਂ ਬਹੁਤ ਲਾਜ਼ਮੀ ਨੇ। ਤੁਸੀਂ ਇਹ ਵੀ ਯਾਦ ਕਰੋ, ਜਦੋਂ ਅਮਿਤ ਸ਼ਾਹ ਨੇ, ਭਾਰਤ ਦੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਲੋਕ ਸਭਾ ਦੇ ਵਿੱਚ ਇੱਕ ਟਿੱਪਣੀ ਕੀਤੀ ਸੀ, ਇਹ ਵਾਅਦਾ ਕੀਤਾ ਸੀ, ਇੱਕ ਤਰ੍ਹਾਂ ਦਾ ਭਰੋਸਾ ਦਿੱਤਾ ਸੀ ਕਿ ਜਿੱਦਾਂ ਹੀ ਹਾਲਾਤ ਉੱਥੇ ਠੀਕ ਹੋਣਗੇ, ਅਸੀਂ ਉੱਥੇ ਇੱਕ ਤਾਂ ਸਟੇਟਹੁੱਡ ਬਹਾਲ ਕਰਾਂਗੇ, ਜੰਮੂ ਕਸ਼ਮੀਰ ਨੂੰ ਦੁਬਾਰਾ ਉਸੇ ਤਰ੍ਹਾਂ ਦਾ ਦਰਜਾ ਦੇਵਾਂਗੇ, ਇੱਕ ਸਟੇਟ ਦਾ ਦਰਜਾ ਦੇਵਾਂਗੇ, ਫੁੱਲ ਫਲੈਜਡ ਸਟੇਟ ਬਣਾਵਾਂਗੇ, ਔਰ ਉੱਥੇ ਜਲਦੀ ਹੀ ਚੋਣਾਂ ਕਰਵਾਵਾਂਗੇ। ਔਰ ਇਹ ਗੱਲ ਸਤਪਾਲ ਮਲਿਕ ਨੇ ਵੀ ਕਹੀ ਆ ਕਿ ਉੱਥੇ ਬਹੁਤ ਲੋੜ ਆ ਚੋਣਾਂ ਕਰਾਉਣ ਦੀ, ਤਾਂ ਕਿ ਜਿਹੜੇ ਲੋਕਾਂ ਦੇ ਵਿੱਚ ਦੁਬਾਰਾ ਭਰੋਸਾ ਪੈਦਾ ਕੀਤਾ ਜਾ ਸਕੇ। ਇੱਕ ਹੋਰ ਜਿਹੜੀ ਗੱਲ ਕਹੀ ਆ, ਉਹ ਵੀ ਆਪਣੇ ਆਪ ਨੂੰ ਹੈਰਾਨ ਕਰਕੇ ਰੱਖ ਦੇਣ ਵਾਲੀ ਆ। ਉਹਨਾਂ ਨੂੰ ਜਦੋਂ ਪੁੱਛਿਆ ਕਿ ਇਹ ਸਾਰਾ ਕੁਝ ਸੋਚ ਸਮਝ ਕੇ ਕੀਤਾ ਹੋਣਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਗ੍ਰਹਿ ਮੰਤਰੀ ਜਾਂ ਹੋਰ ਤਮਾਮ ਜਿਹੜੀ ਕੈਬਨਿਟ ਆ ਭਾਰਤ ਦੀ, ਉਹਨਾਂ ਨੇ ਵੀ ਤਾਂ ਇਸ 'ਤੇ ਕੋਈ ਸੋਚ ਵਿਚਾਰ ਕੀਤੀ ਹੋਈ ਹੈ, ਉਹਨਾਂ ਨੂੰ ਪਤਾ ਹੋਣਾ ਕਿ ਉੱਥੋਂ ਦੇ ਕੀ ਹਾਲਾਤ ਨੇ। ਇਸ ਉੱਤੇ ਉਹ ਬੋਲੇ, ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਮੂ ਕਸ਼ਮੀਰ ਬਾਰੇ ਕੁਝ ਨਹੀਂ ਪਤਾ, ਬਲਕਿ ਉਹਨਾਂ ਨੇ ਜਿਹੜਾ ਵਰਡ ਯੂਜ਼ ਕੀਤਾ, ਜਿਹੜਾ ਇਸਤੇਮਾਲ ਕੀਤਾ, ਉਹ ਕਹਿੰਦੇ ਉਹ ਇਲ ਇਨਫੋਰਮਡ ਨੇ,
ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉੱਥੇ ਕੀ ਹੋ ਰਿਹਾ, ਔਰ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਜੋ ਉਹਨਾਂ ਨੂੰ ਦੱਸਦੇ ਨੇ ਸ਼ਾਇਦ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਦਿੰਦੀ। ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਆ। ਤੁਸੀਂ ਇਲ ਇਨਫੋਰਮਡ ਕਹਿ ਲਓ, ਕਿਸੇ ਨੂੰ ਇਗਨੋਰੈਂਟ ਕਹਿ ਲਓ, ਜਾਂ ਉਹਨੂੰ ਪਤਾ ਨਹੀਂ, ਕਹਿੰਦੇ ਬਿਲਕੁਲ ਇਹ ਸਹੀ ਗੱਲ ਆ। ਕਹਿੰਦੇ ਕਈ ਵਾਰੀ ਉਹਨਾਂ ਨੂੰ ਮੈਂ ਉੱਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਵੀ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਮੈਨੂੰ ਲੱਗਦਾ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਹਾਲਾਤਾਂ ਬਾਰੇ ਸਮਝ ਵੀ ਨਹੀਂ ਹੈ। ਇੱਕ ਗੱਲ ਉਹਨਾਂ ਨੇ ਹੋਰ ਕਹੀ ਕਰਪਸ਼ਨ ਨੂੰ ਲੈ ਕੇ, ਇਹ ਵੀ ਸਿੱਧਾ ਹਮਲਾ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੀਤਾ। ਤੁਸੀਂ ਦੇਖਿਆ ਹੋਣਾ ਇਹਨਾਂ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਰੈਲੀਜ਼ ਦੇ ਵਿੱਚ ਜਾ ਕੇ, ਜਿੰਨੀਆਂ ਉਹਨਾਂ ਦੀਆਂ ਪਬਲਿਕ ਰੈਲੀਜ਼ ਹੁੰਦੀਆਂ ਨੇ, ਜਲਸੇ ਹੁੰਦੇ ਨੇ, ਜਿੱਥੇ ਉਹ ਸੰਬੋਧਨ ਕਰਦੇ ਨੇ ਜਾ ਕੇ, ਉਹ ਹਰ ਜਗ੍ਹਾ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਕਰਪਸ਼ਨ ਖਤਮ ਕਰਨੀ ਆ। ਇਹ ਸਵਾਲ ਵੱਖਰਾ ਕਿ 9-10 ਸਾਲਾਂ ਦੇ ਵਿੱਚ ਉਹ ਖਤਮ ਕਰ ਕਿਉਂ ਨਹੀਂ ਸਕੇ, ਖੈਰ ਉਹ ਵੱਖਰੀ ਗੱਲ ਆ। ਪਰ ਜਦੋਂ ਸਤਪਾਲ ਮਲਿਕ ਕਹਿੰਦੇ ਆ, ਕਹਿੰਦੇ ਪ੍ਰਧਾਨ ਮੰਤਰੀ ਨੂੰ ਜੇ ਤੁਸੀਂ ਇਹ ਸਮਝਦੇ ਹੋ ਕਿ ਉਹਨਾਂ ਨੂੰ ਕਰਪਸ਼ਨ ਦੇ ਖਿਲਾਫ ਕੋਈ ਨਫ਼ਰਤ ਆ ਤੇ ਤੁਸੀਂ ਗਲਤ ਸਮਝਦੇ ਹੋ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ। ਇੱਕ ਸਾਬਕਾ ਗਵਰਨਰ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਪਸ਼ਨ ਤੋਂ ਬਿਲਕੁਲ ਨਫ਼ਰਤ ਨਹੀਂ ਆ। ਇਹਦੀਆਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ। ਉਹਨਾਂ ਨੇ ਦਿੱਤੀਆਂ, ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਉਹ ਗਵਰਨਰ ਸੀ ਹਜੇ, ਉਦੋਂ 2 ਇਸ ਤਰ੍ਹਾਂ ਦੀਆਂ ਡੀਲਸ ਆਈਆਂ। ਇੱਕ ਤਾਂ ਰਿਲਾਇੰਸ ਦੀ ਸੀ, ਇੰਸ਼ੋਰੈਂਸ ਡੀਲ ਸੀ ਜੋ ਉੱਥੋਂ ਦੇ ਕਰਮਚਾਰੀਆਂ ਨੂੰ ਮਿਲਣੀ ਸੀ। ਉਹ ਇੰਸ਼ੋਰੈਂਸ ਡੀਲ ਕਹਿੰਦੇ ਮੈਂ ਇਸ ਕਰਕੇ ਰਿਜੈਕਟ ਕਰਤੀ ਕਿਉਂਕਿ ਉਹ 'ਚ ਕਰਮਚਾਰੀਆਂ ਨੂੰ ਬਹੁਤ ਸਾਰਾ ਪੈਸਾ ਦੇਣਾ ਪੈਂਦਾ ਸੀ। ਕਹਿੰਦੇ ਕਿਉਂਕਿ ਉਹਨਾਂ ਨੂੰ ਪੈਸਾ ਦੇਣਾ ਪੈਣਾ ਸੀ, ਮੈਂ ਰਿਜੈਕਟ ਕਰਤੀ। ਇੱਕ ਹੋਈ ਸੀ ਹਾਈਡਲ ਪ੍ਰੋਜੈਕਟ ਦੀ, ਉਹ ਵੀ ਇੱਕ ਡੀਲ ਸੀ, ਔਰ ਇਹਨਾਂ ਦੋਨਾਂ ਡੀਲਸ ਦੇ ਵਿੱਚ 150 ਕਰੋੜ ਰੁਪਈਆ ਜਿਹਨੇ ਵੀ ਇਹ ਡੀਲ ਕਰਾਉਣੀ ਸੀ ਉਹਨੂੰ ਮਿਲਣਾ ਸੀ। ਆਖਿਰਕਾਰ ਉਹ ਇਹ ਵੀ ਮੰਨਦੇ ਆ ਕਿ ਡੀਲ ਕਿਉਂਕਿ ਮੈਂ ਹੀ ਪਾਸ ਕਰਨੀ ਸੀ, ਮੈਂ ਗਵਰਨਰ ਸੀ, ਤੇ ਹੋ ਸਕਦਾ ਉਹ ਮੈਨੂੰ ਹੀ ਮਿਲਨੇ ਹੁਣ। ਆਫਰ ਨਹੀਂ ਮੈਨੂੰ ਕਹਿੰਦੇ ਕੀਤੇ ਗਏ, ਪਰ ਮੈਨੂੰ ਪਤਾ ਸੀ ਇਸ ਗੱਲ ਦਾ। ਉਹ ਕਹਿੰਦੇ ਜਦੋਂ ਮੈਂ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਦੇ ਵਿੱਚ ਲੈ ਕੇ ਆਂਦੀ ਕਿ ਸਾਹਿਬ ਉਹ ਤਾਂ ਮੈਨੂੰ ਰਿਸ਼ਵਤ ਦੇ ਰਹੇ ਨੇ, ਮੇਰੇ ਤੋਂ ਡੀਲ ਕਰਵਾ ਰਹੇ ਨੇ। ਕਹਿੰਦੇ ਫਿਰ ਤੁਸੀਂ ਕੀ ਕੀਤਾ? ਕਹਿੰਦੇ ਮੈਂ ਨਾ ਕਰਤੀ। ਕਹਿੰਦੇ ਠੀਕ ਕੀਤਾ, ਪਰ ਤੁਸੀਂ ਇੱਕ ਚੀਜ਼ ਦੇਖੋ, ਉਹਨਾਂ ਲੋਕਾਂ ਦੇ ਖਿਲਾਫ ਜਾਂ ਜਿਹੜੇ ਵੀ ਲੋਕ ਇਹ 'ਚ ਸ਼ਾਮਿਲ ਸੀ ਉਹਨਾਂ ਦੇ ਖਿਲਾਫ ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ। ਇਸੇ ਤਰ੍ਹਾਂ ਦੀ ਗੱਲ ਇੱਕ ਹੋਰ ਕਰਦੇ ਨੇ, ਕਹਿੰਦੇ ਮੈਂ ਜਦੋਂ ਗੋਆ ਦਾ ਗਵਰਨਰ ਸੀ ਉੱਥੋਂ ਦੀਆਂ ਵੀ ਮੈਂ ਬਹੁਤ ਸਾਰੀਆਂ ਖਬਰਾਂ ਦਿੱਤੀਆਂ ਕਿ ਤੁਹਾਡੇ ਪ੍ਰਾਈਮ ਮਿਨਿਸਟਰ ਆਫਿਸ ਤੋਂ ਫੋਨ ਆਉਂਦੇ ਨੇ ਡੀਲਸ ਲਈ, ਰਿਸ਼ਵਤਾਂ ਆਫਰ ਕੀਤੀਆਂ ਜਾਂਦੀਆਂ ਨੇ। ਈਵਨ ਕਿ ਗੋਆ ਦੇ ਮੁੱਖ ਮੰਤਰੀ ਜਾਂ ਹੋਰ ਕਈ ਮੁੱਖ ਮੰਤਰੀਆਂ ਤੇ ਉਹਨਾਂ ਨੇ ਸਤਪਾਲ ਮਲਿਕ ਨੇ ਇਲਜ਼ਾਮ ਲਾਏ। ਕਹਿੰਦੇ ਉਸ ਉੱਤੇ ਵੀ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕੀਤਾ। ਕਈ ਵਾਰੀ ਉਹਨਾਂ ਨੇ ਲਿਖਿਆ, ਕਈ ਵਾਰੀ ਉਹਨਾਂ ਨੇ 20-20 ਪੇਜਾਂ ਦੇ ਨੋਟ ਲਿਖੇ। ਬਲਕਿ ਤੁਸੀਂ ਇੱਕ ਚੀਜ਼ ਹੋਰ ਦੇਖੋ, ਗੋਆ ਤੋਂ ਜਦੋਂ ਮਾਮਲਾ ਬਦਲਣ ਲੱਗ ਗਿਆ ਔਰ ਕਿਤੇ ਨਾ ਕਿਤੇ ਸਤਪਾਲ ਮਲਿਕ ਨੂੰ ਸਿੰਪਥੀ ਮਿਲਣ ਲੱਗ ਗਈ, ਉਹਨਾਂ ਨੂੰ ਸਪੋਰਟ ਮਿਲਣ ਲੱਗ ਗਈ, ਤੇ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਨੂੰ ਉੱਥੋਂ ਬਦਲ ਦਿੱਤਾ। 7-8 ਮਹੀਨੇ ਉਹਨਾਂ ਨੂੰ ਰਹਿਣ ਦਿੱਤਾ। ਜੇ 14 ਮਹੀਨੇ ਉਹਨਾਂ ਨੇ ਜੰਮੂ ਕਸ਼ਮੀਰ ਚਲਾਏ ਸੀ ਤੇ ਗੋਆ ਦੇ ਵਿੱਚ 7-8 ਮਹੀਨੇ। ਔਰ ਇੱਕ ਗੱਲ ਹੋਰ ਕਹੀ ਉਹਨਾਂ ਨੇ, ਕਹਿੰਦੇ ਇੱਕ ਮੈਨੂੰ 에ਅਰਕ੍ਰਾਫਟ ਭੇਜਿਆ ਗਿਆ 에ਅਰ ਫੋਰਸ ਦਾ, ਬਹੁਤ ਹੀ ਕਹਿੰਦੇ ਰੱਦੀ 에ਅਰਕ੍ਰਾਫਟ ਸੀ, ਇਹ ਉਹਨਾਂ ਦੀ ਆਪਣੀ ਸ਼ਬਦਾਵਲੀ ਆ। ਕਹਿੰਦੇ ਉਹ 'ਚ ਮੈਨੂੰ ਤੁਰੰਤ ਕਿਹਾ ਕਿ ਇੱਥੋਂ ਨਿਕਲੋ। ਇਸ ਤਰ੍ਹਾਂ ਕਿਸੇ ਵੀ ਗਵਰਨਰ ਦਾ ਬਿਸਤਰਾ ਗੋਲ ਕਰ ਦੇਣਾ, ਇਹ ਵੀ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਆ। ਇਹ ਸਾਰੀਆਂ ਚੀਜ਼ਾਂ ਨਿਕਲ ਕੇ ਆਈਆਂ ਔਰ ਬੀਜੇਪੀ ਚੁੱਪ ਆ। ਗੱਲ ਇੱਕ ਹੋਰ ਵੀ ਆਈ ਗੌਤਮ ਅਡਾਨੀ ਦੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਗੌਤਮ ਅਡਾਨੀ ਭਾਰਤੀ ਜਨਤਾ ਪਾਰਟੀ ਸਰਕਾਰ ਲਈ ਬੋਫਰਸ ਬਣ ਜਾਏਗਾ। ਬੋਫਰਸ ਤੋਪ ਦਾ ਉਹ ਸਕੈਮ ਜਿਹੜਾ ਰਾਜੀਵ ਗਾਂਧੀ ਦੀ ਸਰਕਾਰ ਨੂੰ ਹਿਲਾ ਕੇ ਰੱਖ ਗਿਆ ਸੀ, ਉਹਨਾਂ ਦੀ ਸਰਕਾਰ ਨੂੰ ਬਿਲਕੁਲ ਤੋੜਤਾ ਸੀ, ਖਤਮ ਕਰਤਾ ਸੀ। ਉਹਨਾਂ ਨੇ ਕਿਹਾ ਬਿਲਕੁਲ ਭਾਰਤੀ ਜਨਤਾ ਪਾਰਟੀ ਨੂੰ ਜੇ ਗੌਤਮ ਅਡਾਨੀ ਦਾ ਭਾਰਤੀ ਜਨਤਾ ਪਾਰਟੀ ਨੇ ਚੰਗੀ ਤਰ੍ਹਾਂ ਇਸ ਨੂੰ ਡੀਲ ਨਾ ਕੀਤਾ, ਇਹਦੇ ਜਵਾਬ ਨਾ ਦਿੱਤੇ, ਤਾਂ ਇਹ ਇੰਨਾ ਕੁ ਖਤਰਨਾਕ ਹੋ ਜਾਏਗਾ ਕਿ ਭਾਰਤੀ ਜਨਤਾ ਪਾਰਟੀ ਦਾ ਪਤਾ ਵੀ ਨਹੀਂ ਲੱਗੇਗਾ ਕਿ ਇਹ ਪਾਰਟੀ ਕਦੇ ਰੂਲ ਦੇ ਵਿੱਚ ਆਈ ਸੀ। ਥੱਲੇ ਤੱਕ ਗਰਾਊਂਡ ਲੈਵਲ ਤੱਕ ਗਾਣੇ ਤੱਕ ਬਣਨ ਲੱਗ ਗਿਆ। ਸੋ ਇਸ ਕਰਕੇ ਇਹ ਕਹਿਣਾ ਕਿ ਇਹ ਮੁੱਦਾ ਇਹਨਾਂ ਨੂੰ ਨਹੀਂ ਕਿਤੇ ਛੇੜ ਰਿਹਾ ਜਾਂ ਇਹਨਾਂ ਨੂੰ ਪ੍ਰਭਾਵਿਤ ਨਹੀਂ ਕਰਨਾ, ਕਹਿੰਦੇ ਬਿਲਕੁਲ ਗਲਤ ਆ। ਮੇਰਾ ਵੀ ਕਹਿੰਦੇ ਬਹੁਤ ਸਾਰਾ ਥੱਲੇ ਤੱਕ ਕਈ ਲੋਕਾਂ ਦੇ ਨਾਲ ਸੰਪਰਕ ਆ, ਉਹਨਾਂ ਦੇ ਨਾਲ ਮੈਂ ਲਗਾਤਾਰ ਗੱਲ ਕਰਨਾ, ਤੇ ਮੈਨੂੰ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਲਈ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ। ਰਾਹੁਲ ਗਾਂਧੀ ਦੀ ਵੀ ਗੱਲ ਉਹਨਾਂ ਨੇ ਕੀਤੀ। ਰਾਹੁਲ ਗਾਂਧੀ ਦੀ ਗੱਲ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਸਮਝਦੇ ਹੋ। ਕਹਿੰਦੇ ਜਦੋਂ ਤੋਂ ਭਾਰਤ ਜੋੜੋ ਯਾਤਰਾ ਹੋਈ ਆ ਉਸ ਤੋਂ ਬਾਅਦ ਉਹਨਾਂ ਦਾ ਕੱਦ ਵੱਧ ਗਿਆ। ਖਾਸ ਤੌਰ ਤੇ ਜਿਹੜੀ ਉਹਨਾਂ ਨੇ ਐਗਜ਼ਾਮਪਲ ਦਿੱਤੀ, ਉਹ ਕਹਿੰਦੇ ਦੇਖੋ ਅੱਜ ਕੱਲ੍ਹ ਕੋਈ ਵੀ ਨੇਤਾ ਹੈਲੀਕਾਪਟਰਾਂ ਤੋਂ ਬਗੈਰ ਨਹੀਂ ਚੱਲਦੇ, ਸਾਰੇ ਹੀ ਹੈਲੀਕਾਪਟਰ ਦੇ ਉੱਤੇ ਚੜ੍ਹਨਾ ਚਾਹੁੰਦੇ ਨੇ। 3500 ਕਿਲੋਮੀਟਰ ਚੜ੍ਹਨਾ ਭਾਰਤ ਦੀ ਯਾਤਰਾ ਕਰਨੀ ਕਹਿੰਦੇ ਕੋਈ ਛੋਟੀ ਗੱਲ ਨਹੀਂ ਆ। ਪਰ ਸਭ ਤੋਂ ਵੱਡੀ ਗੱਲ ਕਹਿੰਦੇ ਉਹ ਹੋਈ ਜਦੋਂ ਸ਼੍ਰੀਨਗਰ ਦੇ ਵਿੱਚ ਬਰਫ਼ ਪੈਂਦੀ ਦੇ ਵਿੱਚ ਰਾਹੁਲ ਗਾਂਧੀ ਨੇ ਭਾਸ਼ਣ ਦੇ ਰਹੇ ਸੀ, ਕੋਈ ਛਤਰੀ ਨਹੀਂ ਸੀ, ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਕਸ਼ਨ ਨਹੀਂ। ਤੇ ਪਹਿਲੀ ਵਾਰੀ ਪਤਾ ਲੱਗਾ ਲੋਕਾਂ ਨੂੰ ਕਿ ਰਾਹੁਲ ਗਾਂਧੀ ਦੀ ਜੋ ਇਮੇਜ ਆ ਉਹ ਰਾਹੁਲ ਗਾਂਧੀ ਬਿਲਕੁਲ ਵੱਖਰੇ ਨੇ। ਇਹ ਗੱਲ ਵੀ ਉਹਨਾਂ ਨੇ ਕਹੀ ਆ।
ਸੋ ਇਹ तमाम ਤਰ੍ਹਾਂ ਦੀਆਂ ਗੱਲਾਂ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਅੱਜ ਕੱਲ੍ਹ ਗਵਰਨਰਸ ਆ ਰਹੇ ਨੇ, ਗਵਰਨਰਸ ਬਾਰੇ ਕੀ ਸੋਚਦੇ ਹੋ। ਉਹਨਾਂ ਨੇ ਕਿਹਾ ਇਹਨਾਂ ਦਿਨਾਂ ਦੇ ਵਿੱਚ ਜਾਂ ਪਿਛਲੇ ਦਿਨਾਂ ਦੇ ਵਿੱਚ ਜੋ ਗਵਰਨਰਸ ਲਾਏ ਗਏ ਨੇ ਉਹ ਥਰਡ ਕਲਾਸ ਗਵਰਨਰਸ ਨੇ। ਕੋਈ ਉਹਨਾਂ ਦੀ ਕੁਆਲੀਫਿਕੇਸ਼ਨ ਨਹੀਂ ਦੇਖੀ ਜਾਂਦੀ, ਕੋਈ ਉਹਨਾਂ ਨੂੰ ਇਹ ਨਹੀਂ ਦੇਖਿਆ ਜਾਂਦਾ ਕਿ ਇਹਨਾਂ ਨੂੰ ਸੰਵਿਧਾਨ ਦੀ ਨੌਲੇਜ ਆ, ਰਲ ਕੇ ਨਾਲ ਚੱਲਣਾ। ਕਹਿੰਦੇ ਜਿਸ ਤਰ੍ਹਾਂ ਦਾ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਦਾ ਫੈਸਲਾ ਕੀਤਾ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਦਾ ਗਠਨ ਆ, ਜਿਹੜਾ ਉੱਥੇ ਚੀਫ ਇਲੈਕਸ਼ਨ ਕਮਿਸ਼ਨਰ ਲੱਗੂਗਾ ਜਾਂ 2 ਇਲੈਕਸ਼ਨ ਕਮਿਸ਼ਨਰਸ ਲੱਗਣਗੇ, ਜਿਸ ਤਰ੍ਹਾਂ ਉਹਦੇ ਵਿੱਚ ਆਪੋਜੀਸ਼ਨ ਦੇ ਲੀਡਰਸ ਦਾ ਰੋਲ ਵੀ ਹੋਣਾ ਚਾਹੀਦਾ, ਇਸੇ ਤਰ੍ਹਾਂ ਦਾ ਕੋਲੀਜੀਅਮ ਗਵਰਨਰ ਦੀ ਅਪਾਇੰਟਮੈਂਟ ਦੇ ਵਿੱਚ ਵੀ ਹੋਣਾ ਚਾਹੀਦਾ। ਇਹ ਵੀ ਗੱਲ ਕਹੀ ਆ ਉਹਨਾਂ ਨੇ। ਇਹ ਬੜਾ ਵਿਸਫੋਟਕ ਇੰਟਰਵਿਊ ਆ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਆਪਣੇ ਹੀ ਲੀਡਰ, ਆਪਣੇ ਹੀ ਗਵਰਨਰ ਦੇ ਇੰਨੀਆਂ ਸਾਰੀਆਂ ਗੱਲਾਂ ਤੇ ਉਹ ਬਿਲਕੁਲ ਚੁੱਪ ਨੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਬੀਜੇਪੀ ਚੁੱਪ ਤਾਂ ਜ਼ਰੂਰ ਆ, ਪਰ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ, ਉਹਨਾਂ ਦੇ ਸਮਰਥਨ ਤੇ ਬਲਬੀਰ ਸਿੰਘ ਰਾਜੇਵਾਲ ਵੀ ਆਏ ਨੇ। ਉਹਨਾਂ ਨੇ ਕਿਹਾ ਕਿ ਬਹੁਤ ਬੋਲਡ ਆ ਔਰ ਬਹੁਤ ਬਹਾਦਰੀ ਦੇ ਨਾਲ ਉਹਨਾਂ ਨੇ ਇੰਟਰਵਿਊ ਦਿੱਤਾ, ਸੋ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਖੜਾਂਗੇ। ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਕੁਝ ਜਥੇਬੰਦੀਆਂ ਉਹਨਾਂ ਦੀ ਸਪੋਰਟ ਦੇ ਵਿੱਚ ਦਿੱਲੀ ਵੀ ਮਾਰਚ ਕਰਨ ਦੀਆਂ ਇੱਕ ਤਰ੍ਹਾਂ ਦੀ ਯੋਜਨਾ ਬਣਾ ਰਹੀਆਂ ਨੇ। ਕੁਝ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ, ਉਹ ਵੀ ਯੋਜਨਾਵਾਂ ਬਣਾ ਰਹੀਆਂ ਨੇ। ਪਰ ਹਜੇ ਤੱਕ ਜਿਸ ਤਰ੍ਹਾਂ ਦੀ ਹਮਾਇਤ, ਤੁਸੀਂ ਯਾਦ ਕਰੋ ਇਹਨਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਦੇ ਖਿਲਾਫ ਖੁੱਲ੍ਹ ਕੇ ਖੜੇ ਸੀ। ਇਹ ਉਸ ਟਾਈਮ ਖੜੇ ਸੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਕੋਈ ਨਹੀਂ ਸੀ ਬੋਲਦਾ ਔਰ ਇਸ ਕਰਕੇ ਇੱਕ ਵਾਰੀ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਸੀ, ਉਹਨਾਂ ਨਾਲ ਵੀ ਨਾਰਾਜ਼ਗੀ ਹੋ ਗਈ ਸੀ। ਖੈਰ, ਉਸ ਤਰ੍ਹਾਂ ਦੀ ਸਪੋਰਟ ਹਜੇ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਨਾ ਆਉਣਾ ਆਪਣੇ ਆਪ ਦੇ ਵਿੱਚ ਹੈਰਾਨੀ ਪੈਦਾ ਕਰਦਾ। ਹਾਂ ਠੀਕ ਹੈ, ਇੱਕੋ ਦੁੱਕਾ ਲੀਡਰਸ ਨੇ ਜ਼ਰੂਰ ਉਹਨਾਂ ਦੇ ਸਪੋਰਟ ਦੇ ਵਿੱਚ ਇਹ ਗੱਲ ਕੀਤੀ ਹੈ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।